ਵੈਲਕਮ ਟੂ ਦ ਨਿਊ ਵੀਡੀਓ ਗਾਇਸ। ਸੋ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਕਰਾਂਗੇ ਸਟਾਰਟ। ਪਹਿਲਾਂ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਮੇਕ ਸ਼ੋਰ ਟੂ ਸਬਸਕ੍ਰਾਈਬ। ਇਹਦੇ ਤੇ ਟ੍ਰੇਡਿੰਗ ਦੇ ਰਿਲੇਟਡ ਆਪਾਂ ਵੀਡੀਓ ਜਿਹੜੇ ਅਪਲੋਡ ਕਰਦੇ ਰਹਿੰਦੇ ਆ। ਅੱਜ ਦੀ ਵੀਡੀਓ ਜਿਹੜੀ ਬਹੁਤ ਇੰਪੋਰਟੈਂਟ ਆ, ਇਹਨੂੰ ਸਕਿਪ ਨਾ ਕਰਿਓ, ਇੱਕ ਸੈਕਿੰਡ ਇੰਪੋਰਟੈਂਟ ਆ। ਮੈਂ ਪੂਰਾ ਬ੍ਰੇਕਡਾਊਨ ਕਰੂੰਗਾ ਕਿ ਕਿਵੇਂ ਮੈਂ 17,000 ਦਾ ਜਿਹੜਾ ਅਕਾਊਂਟ ਆ ਉਹਦੇ ਤੋਂ ਪ੍ਰੋਫਿਟ ਬਣਾਇਆ ਅਰਾਊਂਡ 65,000 ਦਾ, ਉਹ ਵੀ ਸਿਰਫ 2 ਮਹੀਨਿਆਂ ਦੇ ਵਿੱਚ। ਸੋ ਪਹਿਲੀ ਚੀਜ਼ ਆ ਜਿਹੜੀ ਮੈਂ ਹਰ ਇੱਕ ਸਟੈਟਸ ਜਿਹੜੇ ਆ ਵਿਦ ਪ੍ਰੂਫ ਸਮਝਾਉਂਗਾ, ਕੋਈ ਸਕਰੀਨਸ਼ਾਟ ਜਾਂ ਕੋਈ ਫੇਕ ਐਡੀਟਿੰਗ ਨਹੀਂ ਹੈਗੀ। ਸੋ ਅਗੇਨ ਪੂਰੀ ਵੀਡੀਓ ਧਿਆਨ ਨਾਲ ਦੇਖਿਓ। ਸੋ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਜੁਲਾਈ ਮਿਡ ਦੇ ਵਿੱਚ ਆਪਦੇ ਇੰਸਟਾਗ੍ਰਾਮ ਤੇ ਅਨਾਉਂਸ ਕੀਤਾ ਸੀ ਕਿ ਆਈ ਵਿਲ ਸਟਾਰਟ ਅ ਚੈਲੰਜ ਅਕਾਊਂਟ। ਮੈਂ ਚੈਲੰਜ ਅਕਾਊਂਟ ਸਟਾਰਟ ਕਰੂੰਗਾ ਤੇ 2 ਮਹੀਨੇ ਬਾਅਦ ਮੈਂ ਉਹਦੇ ਰਿਜ਼ਲਟਸ ਪੋਸਟ ਕਰੂੰਗਾ। ਸੋ ਆਲਮੋਸਟ 2.5 ਮਹੀਨੇ ਹੋ ਚੁੱਕੇ। ਅੱਜ ਹੈਗੀ ਆ 30th ਆਫ ਸਤੰਬਰ। ਸੋ 19 ਜੁਲਾਈ ਨੂੰ ਮੈਂ ਅਕਾਊਂਟ ਸ਼ੁਰੂ ਕੀਤਾ ਸੀ। ਅਰਾਊਂਡ $17,000 ਦਾ ਮੇਰਾ ਡਿਪੋਜ਼ਿਟ ਸੀਗਾ। ਸਟਾਰਟਿੰਗ 'ਚ $10,000, ਉਸ ਤੋਂ ਬਾਅਦ ਮੈਂ ਥੋੜੇ ਜਿਹੇ ਹੋਰ ਡਿਪੋਜ਼ਿਟ ਕਰਾ ਕੇ $17,000 ਦਾ ਓਵਰਆਲ ਡਿਪੋਜ਼ਿਟ ਸੀਗਾ। ਚੈਲੰਜ ਅਕਾਊਂਟ ਦਾ ਮਤਲਬ ਕੀ ਆ ਗਾਇਸ, ਜੇ ਤੁਸੀਂ ਪ੍ਰੋਫੈਸ਼ਨਲੀ ਟ੍ਰੇਡ ਕਰਦੇ ਆ, ਤੁਹਾਡੇ ਕੋਲ ਮਲਟੀਪਲ ਅਕਾਊਂਟਸ ਹੁੰਦੇ ਆ। ਸੋ 2-3 ਤਾਂ ਮੇਰੇ ਹੈਗੇ ਜਿਹੜੇ ਮੇਨ ਅਕਾਊਂਟਸ ਆ ਜਿਨ੍ਹਾਂ ਤੋਂ ਮੈਂ ਰੋਜ਼ ਟ੍ਰੇਡ ਕਰਦਾ ਐਂਡ ਉਹਨਾਂ ਤੇ ਕੈਲਕੂਲੇਟਡ ਰਿਸਕ ਹੁੰਦਾ। ਹੁਣ ਜਿਹੜਾ ਚੈਲੰਜ ਅਕਾਊਂਟ ਹੁੰਦਾ ਉਹਦਾ ਮਤਲਬ ਕੀ ਹੁੰਦਾ? ਚੈਲੰਜ ਅਕਾਊਂਟ ਦਾ ਮਤਲਬ ਆ ਕਿ ਤੁਸੀਂ ਇੱਕ ਸਰਟਨ ਅਮਾਊਂਟ ਤੋਂ ਸ਼ੁਰੂ ਕਰਦੇ ਆ, ਤੁਸੀਂ ਆਪਦੇ ਆਪ ਨੂੰ ਚੈਲੰਜ ਕਰਦੇ ਕਿ ਇਸ ਅਕਾਊਂਟ ਨੂੰ ਮੈਂ ਕਿੱਥੋਂ ਤੱਕ ਗਰੋ ਕਰ ਸਕਦਾ। ਸੋ ਬੇਸਿਕਲੀ ਉਹਦੇ ਵਿੱਚ ਜਿਹੜਾ ਰਿਸਕ ਹੁੰਦਾ ਡੈਫੀਨੇਟਲੀ ਹਾਈ ਹੁੰਦਾ, ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਉਹ 'ਚ ਪ੍ਰੋਫਿਟ 'ਚ ਆ ਜਾਂਦੇ ਆ ਦੈਨ ਤੁਸੀਂ ਉਹਨੂੰ ਪ੍ਰੋਫਿਟ ਨੂੰ ਕੰਪਾਊਂਡ ਕਰਦੇ ਆ, ਆਪਦੇ ਪ੍ਰੋਫਿਟਸ ਨੂੰ ਹੀ ਯੂਜ਼ ਕਰਕੇ ਫਰਦਰ ਟ੍ਰੇਡਿੰਗ ਕਰਦੇ ਆ। ਸੋ ਉਹਦੇ ਜਿਹੜੇ ਸਟੈਟਸ ਆ ਡੈਫੀਨੇਟਲੀ ਉਹਦੇ ਵਿੱਚ ਕਾਫੀ ਸਾਰੇ ਟ੍ਰੇਡਸ ਹੁੰਦੇ ਆ, ਪ੍ਰੋਫਿਟਸ ਨੂੰ ਯੂਜ਼ ਕਰਕੇ ਅੱਗੇ ਜਿਹੜੇ ਫਰਦਰ ਟ੍ਰੇਡਸ ਆ ਉਹ ਲਏ ਹੁੰਦੇ ਆ। ਸੋ ਇੱਕ ਦਿਨ ਦੇ ਵਿੱਚ 30 ਟ੍ਰੇਡਸ ਵੀ ਹੋ ਸਕਦੇ ਆ, 40 ਟ੍ਰੇਡਸ ਵੀ ਹੋ ਸਕਦੇ ਆ। ਸਟਾਰਟਿੰਗ ਦੇ ਵਿੱਚ ਘੱਟ ਹੋਣਗੇ ਮੇਰੇ, ਜਿੱਦਾਂ 12-13 ਟ੍ਰੇਡ ਹੋਣਗੇ। ਉਸ ਤੋਂ ਬਾਅਦ ਜਿੱਦਾਂ ਅੱਗੇ ਮੇਰੇ ਪ੍ਰੋਫਿਟਸ ਵੱਧਦੇ ਜਾਂਦੇ ਸੀਗੇ, ਮੈਂ ਆਪਦੇ ਪ੍ਰੋਫਿਟਸ ਨੂੰ ਯੂਜ਼ ਕਰਕੇ ਅੱਗੇ 20-20 25-25 ਟ੍ਰੇਡ ਵੀ ਇੱਕ ਦਿਨ ਦੇ ਲਏ ਆ। ਸੋ ਟਾਈਮ ਜ਼ਿਆਦਾ ਨਾ ਵੇਸਟ ਕਰਦੇ ਹੋਏ ਅਸੀਂ ਚੱਲਦੇ ਹਾਂ ਐਕਚੁਅਲ ਸਟੈਟਸ ਦੇ ਉੱਪਰ। ਜਿਹੜਾ ਇਹ ਪਲੇਟਫਾਰਮ ਹੈਗਾ ਇਹ ਹੈਗਾ ਟ੍ਰੇਡਜ਼ਿਲਾ। ਸੋ ਟ੍ਰੇਡਜ਼ਿਲਾ ਇੱਕ ਟ੍ਰੇਡ ਜਰਨਲਿੰਗ ਪਲੇਟਫਾਰਮ ਆ ਜਿਹੜਾ ਡਿਫਰੈਂਟ ਬ੍ਰੋਕਰਸ ਦੇ ਨਾਲ ਲਿੰਕ ਹੋ ਜਾਂਦਾ, ਤੇ ਅਸੀਂ ਇਹਦੇ ਉੱਪਰ ਆਪਦੇ ਟ੍ਰੇਡਸ ਜਿਹੜੇ ਆ ਉਹ ਜਰਨਲ ਕਰ ਸਕਦੇ ਹਾਂ, ਦੇਖ ਸਕਦੇ ਹਾਂ ਕਿੱਦਾਂ ਸਾਡੀ ਪਰਫਾਰਮੈਂਸ ਮੰਥਲੀ, ਈਅਰਲੀ ਜਾਂ ਡੇਲੀ ਰਹੀ ਆ। ਸੋ ਇਹ ਇੱਕ ਐਕਚੁਅਲ ਪਲੇਟਫਾਰਮ ਆ, ਕੋਈ ਸਕਰੀਨਸ਼ਾਟ ਨਹੀਂ ਹੈਗਾ। ਮੈਂ ਰੀਲੋਡ ਵੀ ਕਰ ਦਿੰਦਾ। ਸੋ ਰੀਲੋਡ ਹੋਇਆ, ਮੈਂ ਸ਼ੁਰੂ ਕੀਤਾ ਸੀ 19 ਜੁਲਾਈ ਤੋਂ ਲੈ ਕੇ। ਸੋ ਰੀਅਲ ਨੰਬਰਸ ਆ ਆਹ ਤੁਸੀਂ ਇੱਧਰ ਦੇਖ ਸਕਦੇ ਆ। ਸੋ $65,000 ਮੇਰਾ ਓਵਰਆਲ ਪ੍ਰੋਫਿਟ ਆ ਇੰਨੇ ਟਾਈਮ ਦੇ ਵਿੱਚ। ਤੇ ਜੇ ਅਸੀਂ ਪਰਸੈਂਟੇਜ ਵਾਈਜ਼ ਦੇਖੀਏ ਅਰਾਊਂਡ ਇਹ ਬਣਦਾ ਆਈ ਥਿੰਕ 400 ਸਮਥਿੰਗ ਜਾਂ ਸੋ 420%। ਤੇ ਜੇ ਅਸੀਂ ਇਹਨੂੰ ਡਾਲਰ ਵਾਈਜ਼ ਦੇਖੀਏ ਤਾਂ ਬਣਦਾ $65,000, ਯਾਨੀ ਕਿ ਮੈਂ ਅਕਾਊਂਟ ਦੇ ਵਿੱਚ ਮੇਰੇ ਟੋਟਲ ਡਿਪੋਜ਼ਿਟ ਜਿਹੜਾ ਉਹ ਸੀਗਾ ਅਰਾਊਂਡ $16,000 to $17,000। ਸੋ ਜੇ ਮੈਂ ਸਿੰਪਲ ਵੇ ਦੇ ਵਿੱਚ ਕਹਿਣਾ ਹੋਏ, ਮੈਂ 17,000 ਤੋਂ ਜਿਹੜਾ ਪ੍ਰੋਫਿਟ ਬਣਾਇਆ ਉਹ ਬਣਾਇਆ $65,928। ਹੁਣ ਦੇਖਦੇ ਇਹਦੀ ਮੰਥਲੀ ਰਿਪੋਰਟ। ਸੋ ਆਈ ਨੋ ਮੰਥਲੀ ਰਿਪੋਰਟ ਕਈਆਂ ਲਈ ਵੀਅਰਡ ਹੋਊਗੀ ਬਿਕੋਜ਼ ਮੈਂ ਉਹਦੇ 40 ਟ੍ਰੇਡ ਵੀ ਲਏ ਆ। ਹੁਣ ਕਈ ਕਹਿਣਗੇ ਉਹ ਤੂੰ ਤਾਂ ਓਵਰ ਟ੍ਰੇਡਿੰਗ ਕੀਤੀ ਆ। ਓਕੇ, ਸੋ ਸਾਡਾ ਐਂਡ ਗੋਲ ਕੀ ਆ? ਦੈਟਸ ਮਨੀ। ਸੋ ਈਵਨ ਇਫ ਆਈ ਮੇਕਿੰਗ ਮਨੀ ਵਿਦ ਲਾਈਕ ਹੰਡਰਡਸ ਆਫ ਟ੍ਰੇਡਸ, ਦੇਰ ਇਜ਼ ਨਥਿੰਗ ਰੋਂਗ। ਕਿਉਂਕਿ ਮੈਂ ਕੀ ਕੀਤਾ ਆ, ਮੈਂ ਜਦੋਂ ਇੱਕ ਵਾਰੀ ਪ੍ਰੋਫਿਟ 'ਚ ਆ ਗਿਆ ਮੈਂ ਉਹ ਪ੍ਰੋਫਿਟਸ ਯੂਜ਼ ਕੀਤੇ ਆ। ਲੈਟਸ ਸੇ ਜੇ ਮੇਰਾ $4,000 ਦਾ ਪ੍ਰੋਫਿਟ ਬਣ ਗਿਆ ਤਾਂ ਮੈਂ $2,000 ਜਿਹੜਾ ਉਹ ਅਗਲੇ ਟ੍ਰੇਡ ਦੇ ਵਿੱਚ ਯੂਜ਼ ਕੀਤਾ। ਅਗੇਨ ਫਿਰ ਮੇਰਾ ਲੈਟਸ ਸੇ 1,000 ਅਗਲਾ ਬਣ ਗਿਆ। ਉਸ ਤੋਂ ਬਾਅਦ ਫਿਰ ਮੈਂ 500 ਜਾਂ 1,000 ਜਿਹੜਾ ਫਿਰ ਮੈਂ ਰਿਸਕ 'ਤੇ ਲਗਾ ਕੇ ਅਗਲਾ ਟ੍ਰੇਡ ਲਿਆ। ਸੋ ਬੇਸਿਕਲੀ ਮੈਂ ਇੱਕ ਦਿਨ ਦੇ ਵਿੱਚ 40 50 ਟ੍ਰੇਡ ਵੀ ਕੀਤੇ ਹੋਏ ਆ। ਮੇ ਬੀ ਕਈਆਂ ਨੂੰ ਉਹ P&L ਥੋੜ੍ਹਾ ਸ਼ੌਕਿੰਗ ਲੱਗੇ, ਬਟ ਅਗੇਨ ਜਿੱਦਾਂ ਮੈਂ ਦੱਸਿਆ ਇਹ ਅਕਾਊਂਟ ਮੇਰਾ ਮੇਨ ਅਕਾਊਂਟ ਨਹੀਂ ਸੀ ਹੈਗਾ। ਸੋ ਇਸ ਅਕਾਊਂਟ ਦਾ ਮਕਸਦ ਸੀਗਾ ਮੈਂ ਦੱਸਣਾ ਕਰਕੇ, ਕਿਉਂਕਿ ਜੇ ਮੈਂ ਅੱਜ ਇਹ ਅਕਾਊਂਟ ਸ਼ੁਰੂ ਕਰਦਾ ਤਾਂ ਮੈਂ ਕਿੱਥੋਂ ਤੱਕ ਲੈ ਕੇ ਜਾ ਸਕਦਾ। ਸੋ ਇਹ ਚੈਲੰਜ ਅਕਾਊਂਟ ਸੀਗਾ। ਮੈਂ ਇੰਸਟਾਗ੍ਰਾਮ 'ਤੇ ਵੀ ਪਾਇਆ ਸੀ ਕਿਉਂਕਿ ਮੈਂ ਜੁਲਾਈ ਦੇ ਵਿੱਚ ਅਕਾਊਂਟ ਸ਼ੁਰੂ ਕਰਨ ਲੱਗਿਆ। 2 ਮਹੀਨੇ ਬਾਅਦ ਤੁਹਾਨੂੰ ਮੈਂ ਸਟੈਟਸ ਆਪਦੇ ਦਿਖਾਊਂਗਾ। ਇਸ ਵੀਡੀਓ ਦੇ ਅੱਗੇ ਜਾ ਕੇ ਮੈਂ ਟ੍ਰੇਡ ਬ੍ਰੇਕਡਾਊਨ ਵੀ ਕਰੂੰਗਾ SPY ਤੇ QQQ 'ਚ, ਜਿਨ੍ਹਾਂ 'ਚ ਮੈਂ ਮੇਨਲੀ ਟ੍ਰੇਡ ਕੀਤੇ ਆ ਤੇ ਉਹ ਕਿੱਦਾਂ ਕਿਹੜੇ ਲੈਵਲਸ 'ਤੇ ਲਏ ਆ। 2 ਟ੍ਰੇਡ ਮੈਂ ਬ੍ਰੇਕਡਾਊਨ ਕਰੂੰਗਾ। ਪਹਿਲਾਂ ਅਸੀਂ P&L ਦੇਖ ਲੈਂਦੇ ਹਾਂ। ਸੋ ਬੇਸਿਕਲੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਟ੍ਰੇਡ ਵਿਨ ਪਰਸੈਂਟੇਜ ਜਿਹੜੀ ਪਰ ਡੇ ਹੈਗੀ 69, ਮਤਲਬ 100 ਦੇ ਵਿੱਚੋਂ ਮੇਰੇ 70 ਦਿਨ ਜਿਹੜੇ ਗ੍ਰੀਨ ਸੀਗੇ ਤੇ ਬਾਕੀ ਰੈੱਡ ਸੀਗੇ। ਤੇ ਟ੍ਰੇਡ ਇਹ ਹੈਗੀ ਡੇ ਵਿਨ ਪਰਸੈਂਟ। ਜਿਹੜੀ ਟ੍ਰੇਡ ਵਿਨ ਪਰਸੈਂਟ ਆ ਦੈਟ ਇਜ਼ ਅਰਾਊਂਡ 43-44% ਹੈਗੀ ਆ। ਯਾਨੀ ਕਿ ਮੇਰੇ ਜਿਹੜੇ ਰੈੱਡ ਟ੍ਰੇਡਸ ਆ ਜ਼ਿਆਦਾ ਆ, ਲੂਜ਼ਰਸ ਹੈਗੇ 418, ਵਿਨਰਸ ਹੈਗੇ ਆ 326। ਸੋ ਆਹ ਬੇਸਿਕਲੀ ਆਹ ਗ੍ਰਾਫ ਆ ਜਿਹੜਾ ਉੱਪਰ ਨੂੰ ਜਾਂਦਾ ਪਿਆ। ਐਕਚੁਅਲੀ ਇਹਨੂੰ ਰੀਲੋਡ ਇੱਕ ਵਾਰੀ ਕਰਨਾ ਪੈਣਾ, ਆਈ ਡੋਂਟ ਨੋ ਕੀ ਗਲਿਚ ਜਿਹਾ ਹੈ ਇਹ। ਓਕੇ, ਰੀਲੋਡ ਕਰਦੇ ਹਾਂ। ਯਾ ਹੁਣ ਸਹੀ ਆ। ਸੋ 43%, 69% ਪ੍ਰੋਫਿਟ ਫੈਕਟਰ ਹੈਗਾ 1। ਇਹ ਟ੍ਰੇਡਜ਼ਿਲਾ ਆਈ ਡੋਂਟ ਨੋ ਕਿੱਦਾਂ ਕੈਲਕੂਲੇਟ ਕਰਤਾ ਆ। ਟ੍ਰੇਡ ਐਕਸਪੈਕਟੈਂਸੀ ਪਰ $88। ਸੋ ਆਹ ਮੇਰਾ ਗ੍ਰਾਫ ਆ। ਸਟਾਰਟਿੰਗ ਦੇ ਵਿੱਚ ਥੋੜ੍ਹਾ ਜਿਹਾ ਰੈੱਡ ਸੀਗਾ। ਆਈ ਮੀਨ ਜਿੱਦਾਂ ਮੈਂ ਤੁਹਾਨੂੰ ਦੱਸਿਆ 18-19 ਜੁਲਾਈ ਨੂੰ ਮੈਂ ਸ਼ੁਰੂ ਕੀਤਾ। 19 ਜੁਲਾਈ ਨੂੰ 1500 ਰੈੱਡ ਆ। ਦੈਨ 20 ਜੁਲਾਈ ਨੂੰ ਹੈਗਾ 1100 ਰੈੱਡ। ਦੈਨ 21 ਜੁਲਾਈ ਨੂੰ ਹੈਗਾ 200 ਰੈੱਡ। ਸੋ ਬੇਸਿਕਲੀ ਇੱਥੋਂ ਲਾਸ ਸਟਾਰਟਿੰਗ 'ਚ ਹੋਇਆ, ਉਸ ਤੋਂ ਬਾਅਦ ਰਿਕਵਰ ਹੁੰਦਾ ਗਿਆ। ਸੋ ਜਿੱਦਾਂ ਅਸੀਂ ਅਗਸਤ ਦੇ ਵਿੱਚ ਐਂਟਰ ਹੁੰਦੇ ਗਏ ਮੇਰਾ ਜਿਹੜਾ P&L ਆ ਉਹ ਅਪ ਹੁੰਦਾ ਗਿਆ। ਸੋ $6,000 $7,000 ਸਾਈਡ 'ਤੇ ਡੇਟ ਵੀ ਆ ਰਹੀ ਹੈ, ਤੁਸੀਂ ਦੇਖ ਸਕਦੇ ਆ।
ਸੋ ਇੱਥੇ ਇੱਕ ਰੈੱਡ ਡੇ ਆਇਆ ਸੀਗਾ, ਇੱਥੋਂ ਮੈਂ ਡਾਊਨ ਗਿਆ ਸੀ ਅਰਾਊਂਡ ਆਈ ਥਿੰਕ 15,000 ਤੋਂ ਮੈਂ ਸਿੱਧਾ ਡਾਊਨ ਗਿਆ ਸੀਗਾ 20,000 ਤੋਂ ਨਹੀਂ 15,000 to 9,000 ਗਿਆ, ਸੋ $6,000 ਦਾ ਇੱਕ ਦਿਨ ਦੇ ਵਿੱਚ ਲਾਸ ਹੋਇਆ ਸੀਗਾ। ਬਟ ਅਗੇਨ ਬੈਕ ਟੂ ਗ੍ਰੀਨ। ਸੋ ਉੱਪਰ ਜਾਂਦੇ ਜਾਂਦੇ ਇੱਥੇ ਫਿਰ ਥੋੜ੍ਹੇ ਵੱਡੇ ਰੈੱਡ ਡੇਜ਼ ਆਏ। ਸੋ ਇੱਕ ਚੀਜ਼ ਤੁਸੀਂ ਦੇਖੋਗੇ, ਜਦੋਂ ਅਕਾਊਂਟ ਸਟਾਰਟ 'ਚ ਸੀਗਾ ਮੇਰਾ ਰਿਸਕ ਥੋੜ੍ਹਾ ਹੁੰਦਾ ਸੀ। ਸੋ ਸਟਾਰਟਿੰਗ ਦੇ ਵਿੱਚ ਮੇਬੀ ਮੈਂ $500 ਦਾ ਜਾਂ $1,000 ਦਾ ਪਰ ਡੇ ਰਿਸਕ ਲੈ ਰਿਹਾ ਸੀ, ਬਟ ਜਿੱਦਾਂ ਇੱਦਾਂ ਅਕਾਊਂਟ ਗਰੋ ਹੁੰਦਾ ਗਿਆ ਇੱਥੇ ਮੇਰਾ ਰਿਸਕ $5,000 ਦਾ ਵੀ ਸੀਗਾ ਇੱਕ ਟਾਈਮ ਤੇ, ਕਿਉਂਕਿ ਹੁਣ ਮੈਨੂੰ ਪਤਾ ਕਿ ਜਿੱਥੋਂ ਮੈਂ ਸ਼ੁਰੂ ਕੀਤਾ ਮੈਂ ਉੱਥੋਂ ਆਲਰੇਡੀ ਬਹੁਤ ਅੱਪ ਆ ਚੁੱਕਿਆ। ਹੁਣ ਲੈਟਸ ਸੇ ਜੇ ਇੱਥੇ ਹੁਣ $65,000 ਜੇ ਮੈਂ ਇੱਥੇ $10,000 ਦਾ ਵੀ ਰਿਸਕ ਲੈਣਾ ਪਰ ਡੇ ਤਾਂ ਵੀ ਮੈਨੂੰ ਕੋਈ ਜ਼ਿਆਦਾ ਨਹੀਂ ਲੱਗੂਗਾ, ਬਿਕੋਜ਼ ਆਲਰੇਡੀ ਮੈਂ ਆਪਦਾ ਅਕਾਊਂਟ ਜਿਹੜਾ 4 ਗੁਣਾ ਜਿਹੜਾ ਉਹ ਵਧਾ ਚੁੱਕਿਆ। ਸੋ ਜੇ ਮੈਂ $10,000 ਦਾ ਰਿਸਕ ਲੈ ਰਿਹਾ ਤਾਂ ਡੈਫੀਨੇਟਲੀ ਆਮ ਐਕਸਪੈਕਟਿੰਗ ਕਿ ਮੈਂ ਘੱਟੋ ਘੱਟ $20,000 ਜਿਹੜਾ ਉਹ ਬਣਾਵਾਂ। ਸੋ ਹੁਣ P&L ਦੇਖਦੇ ਹਾਂ। ਪਹਿਲਾਂ ਐਕਚੁਅਲੀ ਮੈਂ ਨਾ ਆਹ ਸੈਪਟੰਬਰ ਦਾ, ਮੈਂ ਅਗਸਤ ਦਾ ਤੁਹਾਨੂੰ ਦਿਖਾਉਣਾ। ਸੋ ਅਗਸਤ 'ਤੇ ਦੇਖੋਗੇ ਤੁਸੀਂ ਮੇਰੇ ਜਿਹੜੇ ਰਿਸਕ ਆ ਛੋਟੇ ਆ, ਮਤਲਬ ਕੰਪੈਰੇਟਿਵਲੀ ਤੁਸੀਂ ਦੇਖੋਗੇ 3,000 ਦਾ ਲਾਸ ਆ, ਸੌਰੀ 4,000 ਦਾ, ਦੈਨ 3,000 ਦਾ, ਦੈਨ ਅਰਾਊਂਡ 2,700 ਦਾ ਲਾਸ ਆ, ਬਟ ਪ੍ਰੋਫਿਟ ਵੀ ਇੱਥੇ ਹੈਗਾ 4,000 ਦਾ, ਦੈਨ ਇੱਧਰ 2,000 ਦਾ, ਇੱਥੇ ਵੀ 3,000 ਦਾ ਆ, ਦੈਨ ਅਗੇਨ 3,000 ਦਾ। ਸੋ ਬੇਸਿਕਲੀ $3,000-4,000 ਦਾ ਮੇਰਾ ਰਿਸਕ ਆ, $3,000-4,000 ਦਾ ਰਿਵਾਰਡ ਆ। ਹੁਣ ਮੈਂ ਤੁਹਾਨੂੰ ਸਤੰਬਰ 'ਚ ਦਿਖਾਉਣਾ, ਕਿਉਂਕਿ ਅਗਸਤ ਦੇ ਵਿੱਚ ਮੇਰਾ ਅਕਾਊਂਟ ਸੀਗਾ, ਲੈਟਸ ਸੀ 30 ਅਗਸਤ ਦੇ ਅਰਾਊਂਡ ਕਿੰਨਾ ਸੀ। ਸੋ 30 ਅਗਸਤ ਦੇ ਅਰਾਊਂਡ ਮੇਰਾ ਅਕਾਊਂਟ ਸੀਗਾ ਰਫਲੀ $22,000-23,000। ਸੋ $22,000 ਤੋਂ ਮੈਂ $60,000 ਮਤਲਬ ਮੈਂ ਇੱਕ ਮਹੀਨੇ ਦੇ ਵਿੱਚ ਅਰਾਊਂਡ ਇੱਥੇ $40,000 ਦਾ ਪ੍ਰੋਫਿਟ ਕਮਾਇਆ। ਪਰ ਓਬਵੀਅਸਲੀ ਹੁਣ ਜੇ ਮੈਂ $40,000 ਦਾ ਪ੍ਰੋਫਿਟ ਕਮਾਇਆ ਤਾਂ ਮੈਂ 500 ਜਾਂ 1,000 ਨਹੀਂ ਰਿਸਕ 'ਤੇ ਲਾ ਰਿਹਾ ਸੀਗਾ। ਮੈਂ ਉੱਥੇ 5,000 ਦਾ ਵੀ ਰਿਸਕ ਲੈ ਰਿਹਾ ਸੀ, ਮੈਂ ਉੱਥੇ 10,000 ਦਾ ਵੀ ਰਿਸਕ ਲੈ ਰਿਹਾ ਸੀ। ਹੁਣ ਦੇਖਦੇ ਹਾਂ ਸਤੰਬਰ ਦੀ ਰਿਪੋਰਟ। ਹੁਣ ਸਤੰਬਰ 'ਚ ਚੱਲਦੇ ਹਾਂ। ਸੋ ਸਤੰਬਰ 'ਚ ਤੁਸੀਂ ਦੇਖੋ ਸਟਾਰਟਿੰਗ ਦੇ ਵਿੱਚ ਮੇਰੇ ਵਧੀਆ ਪ੍ਰੋਫਿਟ ਹੋਏ ਆ, ਇੱਥੇ ਅਰਾਊਂਡ 1,000 ਦਾ, ਦੈਨ 700, 2,000, 4,000, ਪਰ ਇੱਥੇ ਲਾਸ ਹੋ ਗਿਆ 5,000 ਦਾ। ਦੈਨ ਅਗੇਨ 7,000 ਦਾ ਪ੍ਰੋਫਿਟ, ਦੈਨ ਲਾਸ, ਫਿਰ ਇੱਥੇ ਵੱਡੇ ਲਾਸ ਹੋਏ। ਐਕਚੁਅਲੀ ਇੱਥੇ ਵੱਡਾ ਲਾਸ ਹੋਇਆ ਇੱਕ $12,000 ਦਾ, ਬਟ ਅਗਲਾ ਦਿਨ ਹੀ ਫਿਰ ਪ੍ਰੋਫਿਟ ਹੋ ਗਿਆ। ਉਹ ਤੋਂ ਬਾਅਦ 2 ਦਿਨ ਲਗਾਤਾਰ ਪ੍ਰੋਫਿਟ ਹੋਇਆ $7,000, $13,000, ਅਗੇਨ $3,000। ਹੁਣ ਮੈਂ ਇੱਥੇ ਰਿਸਕ ਬਹੁਤ ਜ਼ਿਆਦਾ ਵਧਾਤਾ ਸੀਗਾ, ਕਿਉਂਕਿ ਇੱਥੇ ਚਾਹੇ ਬ੍ਰੇਕ ਈਵਨ ਜਾਂ ਡੇ ਰਿਹਾ ਅਰਾਊਂਡ $390, ਬਟ ਆਹ 2 ਦਿਨ ਜਿਹੜੇ ਮੈਨੂੰ ਕਾਫੀ ਹਿੱਟ ਵੱਜੀ ਸੀਗੀ। $16,000 ਦਾ, $17,000 ਦਾ 2 ਦਿਨ 'ਚ ਲਾਸ ਹੋਇਆ, ਦੈਨ 7,000, 5,000, 13,000। ਸੋ ਦਿਸ ਵਾਜ਼ ਅ ਬਿਗੇਸਟ ਡੇ। $13,000 ਦਾ ਕਾਫੀ ਵੱਡਾ ਦਿਨ, ਬਟ ਅਗੇਨ ਅੱਗੇ ਕੀ ਹੋਇਆ, ਅੱਗੇ ਫਿਰ 12,000 ਦਾ ਲਾਸ ਹੋ ਗਿਆ। ਸੋ ਆਲਮੋਸਟ ਆ ਬ੍ਰੇਕ ਈਵਨ ਆ ਗਿਆ, ਬਟ ਫਿਰ 12,000 ਦਾ ਪ੍ਰੋਫਿਟ ਐਂਡ ਦੈਨ ਅਗੇਨ 12,000 ਦਾ ਪ੍ਰੋਫਿਟ। ਹੁਣ ਤੁਸੀਂ ਇੱਕ ਚੀਜ਼ ਦੇਖੋ, ਮੈਂ ਸਟਾਰਟਿੰਗ ਦੇ ਵਿੱਚ ਰਿਸਕ ਕਿੰਨਾ ਲਿਆ। ਅਗਸਤ ਦੇ ਵਿੱਚ ਮੇਰਾ ਰਿਸਕ ਸੀਗਾ 5,000 ਦਾ, ਮੇਬੀ 3,000 ਦਾ, ਆਈ ਥਿੰਕ ਮੈਕਸਿਮਮ ਲਾਸ 3,000 ਦਾ ਸੀਗਾ। ਬਟ ਸਤੰਬਰ ਦੇ ਵਿੱਚ ਮੇਰਾ ਲਾਸ ਵੀ ਵੱਡਾ ਹੋ ਗਿਆ, ਪ੍ਰੋਫਿਟ ਵੀ ਵੱਡਾ ਹੋ ਗਿਆ। ਕਿਉਂ ਹੋਇਆ? ਹੁਣ ਤੁਸੀਂ ਕਹੋਗੇ ਕਿ ਇੰਨਾ ਰਿਸਕ ਲਿਆ, ਓਕੇ ਜੇ ਰਿਸਕ ਲਿਆ ਤਾਂ ਪ੍ਰੋਫਿਟ ਵੀ ਬਣਾਇਆ, ਰਾਈਟ। ਹੁਣ ਚੱਕਰ ਇਹ ਪੈਂਦਾ ਕਿ ਜਿਹੜੇ ਤੁਸੀਂ ਆਹ ਗ੍ਰਾਫ ਦੇਖ ਰਹੇ ਹੋ ਇਹਨਾਂ ਦੇ ਵਿੱਚ ਜਦੋਂ ਆਹ ਵਾਲੀ ਚੀਜ਼ ਆ, ਜਿੱਥੇ ਆਹ ਵਾਲਾ ਏਰੀਆ ਤੁਸੀਂ ਦੇਖੋਗੇ ਇਹਦੇ ਵਿੱਚ ਵੱਡੇ ਰੈੱਡ ਡੇਜ਼ ਨਹੀਂ ਹੈਗੇ। ਸੋ ਇੱਥੇ ਮੇਰਾ ਮੋਟਿਵ ਹੋਰ ਆ, ਇੱਥੇ ਮੇਰਾ ਮੋਟਿਵ ਹੋਰ ਆ। ਆਹ ਵਾਲੇ ਏਰੀਏ ਦੇ ਵਿੱਚ ਮੇਰਾ ਮੋਟਿਵ ਆ ਜਸਟ ਰਿਸਕ ਜਿਹੜਾ ਘਟਾਉਣਾ। ਹੁਣ ਆਹ ਵਾਲਾ ਜਿਹੜਾ ਮੇਰਾ ਮੋਟਿਵ ਆ, ਮੈਨੂੰ ਪਤਾ ਕਿ ਮੇਰਾ ਜਿਹੜਾ ਅਕਾਊਂਟ ਆ ਉਹ ਆਲਰੇਡੀ ਕਾਫੀ ਅਪ ਆ। ਸੋ ਜਦੋਂ ਅਕਾਊਂਟ ਅਪ ਆ ਤਾਂ ਓਬਵੀਅਸਲੀ ਮੈਂ ਰਿਸਕ ਜਿਹੜਾ ਲੈ ਸਕਦਾ। ਹੁਣ ਆਈ ਮੀਨ $65,000 ਮੈਂ ਜਸਟ ਪ੍ਰੋਫਿਟ ਬਣਾਇਆ $17,000 ਦਾ ਅਕਾਊਂਟ, ਉਹ ਵੀ ਮੇਰਾ ਚੈਲੰਜ ਅਕਾਊਂਟ ਸੀਗਾ। ਸੋ ਬੇਸਿਕਲੀ ਉਹ ਵਾਲਾ ਅਕਾਊਂਟ ਜੇ ਉਹ ਜ਼ੀਰੋ ਵੀ ਹੋ ਜਾਂਦਾ ਤਾਂ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ, ਕਿਉਂਕਿ ਮੈਂ ਉਹ ਸਟਾਰਟ ਹੀ ਇਸੇ ਕਰਕੇ ਕੀਤਾ ਸੀ। ਸੋ ਰਾਦਰ ਦੈਨ ਮੈਂ ਇੱਕ ਚੈਲੰਜ ਅਕਾਊਂਟ ਨੂੰ ਇਹ ਨਾਮ ਦੇਵਾਂ ਕਿ ਉਹ ਚੈਲੰਜ ਅਕਾਊਂਟ ਆ, ਮੈਂ ਉਹਨੂੰ ਨਾਮ ਦਿੰਦਾ ਹੁੰਦਾ ਗਰੋ ਔਰ ਬਲੋ। ਸੋ ਜਾਂ ਤਾਂ ਤੁਸੀਂ ਗਰੋ ਕਰਦੇ ਜਾਂ ਬਲੋ ਕਰਦੇ ਆ, ਯੂ ਡੋਂਟ ਸਟੇ ਬ੍ਰੇਕ ਈਵਨ, ਕਿਉਂਕਿ ਜੇ ਉਹ ਚੈਲੰਜ ਅਕਾਊਂਟ ਆ ਦੈਨ ਯੂ ਹੈਵ ਟੂ ਅਸੈਪਟ ਦੈਟ ਚੈਲੰਜ। ਸੋ ਬੇਸਿਕਲੀ ਤੁਸੀਂ ਮਾਰਕੀਟ ਨਾਲ ਇੱਕ ਵਾਰ ਕਰਦੇ ਆ ਐਂਡ ਦੈਨ ਉਹ ਵਾਰ ਦੇ ਵਿੱਚ ਜਾਂ ਤਾਂ ਤੁਸੀਂ ਜਿੱਤਣਾ ਜਾਂ ਹਾਰਨਾ। ਉਹ ਵਾਰ ਜਿਹੜੀ ਲੰਬਾ ਟਾਈਮ ਨਹੀਂ ਚੱਲ ਸਕਦੀ। ਹੁਣ ਅਕਾਊਂਟ ਜਿਹੜਾ ਇੱਥੋਂ ਤੱਕ ਪਹੁੰਚ ਗਿਆ। ਸੋ ਇੱਥੇ ਬੇਸਿਕਲੀ ਮੈਂ ਤੁਹਾਨੂੰ ਸਿਖਾਉਣਾ ਕੀ ਚਾਹੁੰਦਾ, ਮੈਂ ਤੁਹਾਨੂੰ ਇਹ ਚੀਜ਼ ਸਿਖਾਉਣੀ ਚਾਹੁੰਦਾ, ਵੈਨ ਯੂ ਹੈਵ ਇਨਫ ਕੈਪੀਟਲ, ਜੋ ਤੁਹਾਡੇ ਕੋਲ ਇਨਫ ਕੈਪੀਟਲ ਹੁੰਦੀ ਆ, ਤੁਸੀਂ ਇੱਕ ਕੈਲਕੂਲੇਟਡ ਰਿਸਕ ਲੈ ਸਕਦੇ ਆ। ਹੁਣ ਮੈਂ ਇੱਥੇ ਮੇ ਬੀ ਕਈ ਲੋਕ ਕਹਿਣਗੇ ਕਿ ਆਹ ਚੀਜ਼ ਪਾਗਲਪੰਤੀ, ਆਈ ਮੀਨ ਇੱਥੋਂ ਸਿੱਧਾ ਇੱਥੇ ਜਾਣਾ ਦੈਨ ਫਿਰ ਉੱਪਰ ਫਿਰ ਥੱਲੇ, ਰਿਸਕ ਬਹੁਤ ਆ। ਓਕੇ ਫਾਈਨ, ਆਈ ਨੋ ਰਿਸਕ ਜ਼ਿਆਦਾ ਆ, ਬਟ ਮੈਂ ਅਗੇਨ ਮੇਰਾ ਪਹਿਲਾ ਮੋਟਿਵ ਇਹ ਆ, ਜੇ ਅਕਾਊਂਟ ਜ਼ੀਰੋ ਵੀ ਹੋ ਜਾਂਦਾ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਣਾ, ਬਿਕੋਜ਼ ਮੇਰੇ ਜਿਹੜੇ ਮੇਨ ਅਕਾਊਂਟਸ ਆ ਉਹਨਾਂ 'ਤੇ ਮੈਂ ਇੰਨਾ ਰਿਸਕ ਕਦੇ ਵੀ ਨਹੀਂ ਲਊਂਗਾ। ਇਹਦੇ 'ਤੇ ਸਿਰਫ ਮੈਂ ਆਹ ਰਿਸਕ ਇਸ ਕਰਕੇ ਲੈ ਰਿਹਾ ਬਿਕੋਜ਼ ਮੈਨੂੰ ਇਹ ਆਲਰੇਡੀ ਪ੍ਰੋਫਿਟ ਦੇ ਰਿਹਾ। ਸੋ 2-3 ਮਹੀਨੇ ਮੈਂ ਇਸ ਅਕਾਊਂਟ ਨੂੰ ਚਲਾਇਆ ਐਂਡ ਆਹ ਵਾਲੇ ਸਾਈਡ ਦੇ ਆਹ ਵਾਲੇ ਇਨੀਸ਼ੀਅਲ ਮੈਂ ਕੋਈ ਰਿਸਕ ਨਹੀਂ ਲਿਆ ਸੀਗਾ। ਇਨੀਸ਼ੀਅਲੀ ਮੇਰਾ ਜਸਟ ਮੋਟਿਵ ਇਹ ਸੀ ਇਹ ਅਕਾਊਂਟ ਨੂੰ ਹੌਲੀ ਹੌਲੀ ਕਰਕੇ ਗਰੋ ਕਰਨਾ। ਹੁਣ ਤੁਸੀਂ ਦੇਖੋ ਪਹਿਲੇ 1.5 ਮਹੀਨੇ ਦੇ ਵਿੱਚ ਪ੍ਰੋਫਿਟ ਹੈਗਾ ਅਰਾਊਂਡ $20,000 ਤੋਂ $22,000, ਅਗਲੇ 1 ਮਹੀਨੇ ਦੇ ਵਿੱਚ ਹੈਗਾ ਅਰਾਊਂਡ $40,000। ਸੋ ਓਬਵੀਅਸਲੀ ਰਿਸਕ ਵੀ ਵੱਧਦਾ, ਉੱਥੇ ਰਿਵਾਰਡ ਵੀ ਵੱਧਦਾ।
ਸੋ ਇੱਥੇ ਮੈਂ ਤੁਹਾਨੂੰ ਇਹੀ ਚੀਜ਼ ਸਿਖਾਉਣੀ ਚਾਹੁੰਦਾ ਕਿ ਜੇ ਤੁਹਾਡੇ ਕੋਲ ਕੈਪੀਟਲ ਹੈਗੀ ਆ, ਜੇ ਤੁਸੀਂ ਟ੍ਰੇਡਿੰਗ ਬੜੇ ਟਾਈਮ ਤੋਂ ਕਰ ਰਹੇ ਹੋ, ਮੇਕ ਸ਼ੋਰ ਡੂ ਥੀਸ ਕਾਈਂਡ ਆਫ ਅਕਾਊਂਟ ਚੈਲੰਜਸ, ਤਾਂ ਕਿ ਤੁਸੀਂ ਆਪਦੇ ਆਪ ਨਾਲ ਵੀ ਚੈਲੰਜ ਕਰੋ, ਤਾਂ ਕਿ ਤੁਸੀਂ ਕਰਕੇ ਦਿਖਾਓਗੇ ਕਿ ਜੇ ਮੈਂ ਅੱਜ 10,000 ਦਾ 15,000 ਦਾ ਅਕਾਊਂਟ 5,000 ਦਾ ਅਕਾਊਂਟ ਹੈਂਡਲ ਕਰ ਸਕਦਾ ਤਾਂ ਕੱਲ ਨੂੰ ਮੈਂ 5 ਮਿਲੀਅਨ ਦਾ ਵੀ ਕਰ ਸਕਦਾ। ਸੋ ਜਦੋਂ ਮੈਂ ਇਹ ਇੰਸਟਾਗ੍ਰਾਮ ਰੀਲ ਪਾਈ ਸੀਗੀ ਕਿ ਮੈਂ ਅਕਾਊਂਟ ਚੈਲੰਜ ਕੀਤਾ, ਮੈਂ ਅਕਾਊਂਟ ਦਾ ਉਹਦਾ ਬਾਅਦ ਵਿੱਚ ਸਟੈਟਸ ਵੀ ਦਿਖਾਏ, ਬੜੇ ਜਣਿਆਂ ਦਾ ਕੁਐਸਚਨ ਸੀਗਾ ਕਿ ਬਾਈ ਸਾਨੂੰ ਐਕਚੁਅਲ ਦੇ ਵਿੱਚ ਇੱਕ ਪੂਰਾ ਬ੍ਰੇਕਡਾਊਨ ਕਰੋ। ਹੁਣ ਬ੍ਰੇਕਡਾਊਨ ਵੀ ਕੀਤਾ, ਹੁਣ ਚੱਲਦੇ ਐਕਚੁਅਲੀ ਮੈਂ ਇੱਕ ਤੁਹਾਨੂੰ ਟ੍ਰੇਡ ਦਾ ਮੈਂ ਦਿਖਾਉਣਾ ਬ੍ਰੇਕਡਾਊਨ, ਪੂਰੀ ਵੀਡੀਓ ਧਿਆਨ ਨਾਲ ਦੇਖਿਓ। ਸੋ ਗਾਇਜ਼ ਆਹ ਪਹਿਲਾ ਜਿਹੜਾ ਆਪਣਾ ਟ੍ਰੇਡ ਹੈਗਾ, ਆਈ ਥਿੰਕ ਇਹ ਟ੍ਰਿਪਲ ਕਿਊ ਦਾ। ਪਹਿਲਾਂ ਇਹਨੂੰ ਅਸੀਂ ਬ੍ਰੇਕਡਾਊਨ ਥੱਲੇ ਦੇਖਦੇ ਹਾਂ। ਸੋ ਮੈਂ ਇਹਦੇ ਵਿੱਚ ਐਂਟਰੀ ਕੀਤੀ, ਸਾਰਾ ਕੁਝ ਇਹਦੇ ਵਿੱਚ ਡਿਟੇਲਡ ਹੈਗਾ। ਸੋ ਇਹ 22 ਸਤੰਬਰ ਦਾ ਟ੍ਰੇਡ ਆ ਆਈ ਥਿੰਕ, ਤੇ ਸੋ ਵੈਨਕੂਵਰ ਟਾਈਮ 7:20 17 ਤੇ ਮੇਰੇ ਐਂਟਰੀਆਂ ਸ਼ੁਰੂ ਹੋਈਆਂ। ਸੋ ਫਿਲ ਪ੍ਰਾਈਸ ਜਿਹੜਾ ਡਿਫਰੈਂਟ ਹੁੰਦਾ ਕਿਉਂਕਿ ਪਾਰਸ਼ਲ ਫਿਲਿੰਗ ਹੁੰਦੀ ਹੈ, ਤੁਹਾਨੂੰ ਪਤਾ ਇੰਟਰੈਕਟਿਵ ਬ੍ਰੋਕਰਸ ਹੈਗਾ ਉਹਦੇ 'ਚ ਪਾਰਸ਼ਲ ਫਿਲਿੰਗ ਹੁੰਦੀ ਆ। ਸੋ ਇਹ ਉਹਦੇ ਹਿਸਾਬ ਨਾਲ ਟਰੈਕ ਕਰਕੇ ਦੱਸਦਾ। ਸੋ ਮੇਰੇ ਟੋਟਲ ਸੀਗੇ 10 4 14 15 16 17 18 18 4 22 4 26 ਤੇ 4 30। ਸੋ 30 ਕੌਂਟਰੈਕਟਸ ਆਫ ਟ੍ਰਿਪਲ ਕਿਊ ਇਹਦੇ 'ਚ ਮੈਂ ਐਂਟਰ ਕੀਤਾ। ਮੇਰਾ ਐਵਰੇਜ ਪ੍ਰਾਈਸ ਬਣੂਗਾ ਅਰਾਊਂਡ 186 ਦੇ ਅਰਾਊਂਡ, ਕਿਉਂਕਿ 186 183 ਸੋ 186 ਤੇ ਲਾ ਲਓ ਮੇਰੀ ਐਂਟਰੀ ਹੋਈ। ਮੇਰਾ ਜਿਹੜਾ ਪਹਿਲਾ ਐਗਜ਼ਿਟ ਆ ਮਤਲਬ 25 ਮੈਂ ਸੈੱਲ ਕੀਤੇ, ਉਹ ਕਿੰਨੇ ਦੇ ਕੀਤੇ ਮੈਂ, ਉਹ ਲਗਭਗ ਕੀਤੇ 270 ਤੇ। ਸੋ 270 ਤੇ ਪਹਿਲੇ ਸੈੱਲ ਕੀਤੇ, ਅਗੇਨ 278 ਤੇ ਦੂਸਰੇ, ਫਿਰ ਮੈਂ ਸਾਰੇ ਇੱਥੇ ਸੈਲਿੰਗ ਕਰਤੀ। ਸੋ ਬੇਸਿਕਲੀ ਇਹਦੇ ਵਿੱਚ ਮੈਨੂੰ ਜਿਹੜਾ ਪ੍ਰੋਫਿਟ ਹੋਇਆ ਹੁਣ ਉਹ ਦੇਖਦੇ ਹਾਂ। ਸੋ ਇਹਦੇ ਵਿੱਚ ਮੇਰਾ ਓਵਰਆਲ ਪ੍ਰੋਫਿਟ ਹੈਗਾ, ਗ੍ਰੋਸ ਪ੍ਰੋਫਿਟ ਹੈਗਾ $2600 ਤੇ ਰੇਟ ਆਫ ਰਿਟਰਨ ਹੈਗਾ 46%, ਰਾਈਟ। 30 ਕੌਂਟਰੈਕਟ ਸੀਗੇ, ਕਮਿਸ਼ਨ ਇੰਨੀ ਲੱਗੀ ਆ। ਸੋ ਅਗੇਨ ਇਟਸ ਨਾਟ ਅ ਪੇਪਰ ਅਕਾਊਂਟ, ਕਮਿਸ਼ਨਸ ਨਾਲ ਸ਼ੋ ਹੋ ਰਹੀਆਂ, ਇਟਸ ਅ ਰੀਅਲ ਅਕਾਊਂਟ। ਸੋ ਅਸੀਂ ਹੁਣ ਦੇਖਦੇ ਹਾਂ ਇਹਨੂੰ ਚਾਰਟਸ ਦੇ ਉੱਪਰ। ਸੋ ਜੇ ਤੁਸੀਂ ਟ੍ਰਿਪਲ ਕਿਊ ਦਾ ਚਾਰਟ ਦੇਖੋ, ਇੱਥੇ ਜਿਹੜੇ ਪ੍ਰੀ ਮਾਰਕੀਟ ਲੋ ਸੀਗੇ ਉਹ ਨਹੀਂ ਇੱਥੋਂ ਬ੍ਰੇਕ ਹੋਏ। ਸੋ ਇੱਕ ਵਾਰੀ ਜੋ ਸਪੋਰਟ ਲੈ ਗਿਆ, ਦੈਨ ਆਹ ਵਾਲੀ ਕੈਂਡਲ ਤੇ ਮੇਰੀ ਐਂਟਰੀ ਸੀ। ਸੋ ਤੁਸੀਂ ਦੇਖੋ ਅਗੇਨ ਉਹਨੇ ਕੌਂਟਰੈਕਟ 30 ਕੌਂਟਰੈਕਟਸ ਜਿਹੜੇ ਸ਼ੋ ਹੋ ਰਹੇ ਆ, 30 ਕੌਂਟਰੈਕਟਸ ਮੈਂ ਐਂਟਰ ਕੀਤੇ ਸੀ ਅਰਾਊਂਡ 186 ਦੇ ਪ੍ਰਾਈਸ ਤੇ। ਪਹਿਲਾ ਸੈੱਲ ਕੀਤਾ 270 ਤੇ, ਦੂਸਰਾ ਸੈੱਲ ਕੀਤਾ 278 ਤੇ, ਉਸ ਤੋਂ ਬਾਅਦ ਇਹ ਥੱਲੇ ਆ ਗਿਆ ਫੇਰ। ਸੋ ਬੇਸਿਕਲੀ ਆਹੀ ਟ੍ਰੇਡ ਸੀਗਾ, ਇਹਦੇ ਵਿੱਚ 46% ਜਿਹੜਾ ਰੇਟ ਆਫ ਰਿਟਰਨ ਆ। ਅਗਲਾ ਟ੍ਰੇਡ ਜਿਹੜਾ ਮੇਜਰ ਸੀਗਾ, ਸੋ ਉਹਦਾ ਬ੍ਰੇਕਡਾਊਨ ਕਰਦੇ ਆ। ਇਹਦੇ ਵਿੱਚ ਵੀ 30 ਕੌਂਟਰੈਕਟਸ ਸਪਾਈ ਦਾ ਟ੍ਰੇਡ ਆ September 26। ਸੋ ਇਹਦੇ ਵਿੱਚ ਵੀ ਅਗੇਨ ਕਮਿਸ਼ਨ ਆ। ਇਹਦੇ ਵਿੱਚ ਨੈਟ ਰੇਟ ਆਫ ਰਿਟਰਨ ਹੈਗਾ 83% ਦਾ। ਸੋ ਕਾਫੀ ਵਧੀਆ ਟ੍ਰੇਡ ਸੀਗਾ। ਇਹਦੇ ਵਿੱਚ ਗ੍ਰੋਸ ਪ੍ਰੋਫਿਟ ਜਿਹੜਾ ਹੋਇਆ ਉਹ ਹੋਇਆ $4145। ਐਡਜਸਟਡ ਕੋਸਟ ਮਤਲਬ ਬੇਸਿਕਲੀ ਮੈਂ ਕਿੰਨੇ ਇਹਦੇ ਵਿੱਚ ਯੂਜ਼ ਕੀਤੇ ਆ ਪੈਸੇ ਉਹ ਆ। ਸੋ ਇਹਨੂੰ ਅਸੀਂ ਦੇਖ ਲੈਂਦੇ ਹਾਂ ਬ੍ਰੇਕਡਾਊਨ ਕਰਕੇ। ਸੋ ਅਗੇਨ ਗਾਇਜ਼ ਇਹਨੂੰ ਮੈਂ ਐਂਟਰ ਕੀਤਾ ਸੀ 165 ਤੇ 164 ਤੇ 10 ਕੌਂਟਰੈਕਟ, 165 ਤੇ 10 165 ਤੇ ਐਵਰੇਜ ਕਾਸਟ ਲਾ ਲਓ 165 ਤੇ। ਸੋ 165 ਤੇ ਮੈਂ ਐਂਟਰ ਕੀਤਾ। ਪਹਿਲਾ ਟਾਰਗੇਟ ਮੇਰਾ 260, ਸੋ ਉੱਥੇ ਮੈਂ 20 ਬੰਦ ਕਰਤੇ। ਸੋ 30 ਖਰੀਦੇ ਸੀਗੇ, 30 ਕੌਂਟਰੈਕਟਸ ਖਰੀਦੇ ਸੀਗੇ, 20 ਬੰਦ ਕਰਤੇ 260 ਤੇ। ਦੈਨ ਮੈਂ ਇੱਕ ਇੱਕ ਕਰਕੇ ਬੰਦ ਕਰਦਾ ਗਿਆ। ਦੇਖੋ ਜਦੋਂ ਇੱਥੇ ਮੈਂ ਪ੍ਰੋਫਿਟ ਲੌਕ ਕਰ ਲਏ, ਦੈਨ ਮੈਂ ਇੱਕ ਇੱਕ ਬੰਦ ਕੀਤਾ। 352 ਤੇ 5 ਕੀਤੇ, ਦੈਨ 425 ਤੇ ਮੈਂ ਸਾਰੀ ਪੋਜੀਸ਼ਨ ਕਲੋਜ਼ ਕਰਤੀ। ਸੋ ਇਹਦੇ ਵਿੱਚ ਟ੍ਰੇਡ ਦਾ ਬ੍ਰੇਕਡਾਊਨ ਕਰਦੇ ਹਾਂ। ਜਾਂ ਪੁੱਟ ਸੀਗੀਆਂ ਇਹਦੇ ਵਿੱਚ। ਸੋ 429 ਦਾ ਸਟ੍ਰਾਈਕ ਪ੍ਰਾਈਸ ਸੀਗਾ। ਇਹਦੇ ਵਿੱਚ ਦੇਖਦੇ ਹਾਂ ਕਿ ਮੈਂ ਕਿਵੇਂ ਇਹਨੂੰ ਐਂਟਰ ਕੀਤਾ। ਸੋ ਜੇ ਤੁਸੀਂ ਦੇਖੋ ਮਾਰਕੀਟ ਵੀਕ ਸੀਗੀ, ਆ ਪ੍ਰੀ ਮਾਰਕੀਟ ਦੇ ਇੱਥੇ ਨੇ 2-3 ਵਾਰੀ ਸਪੋਰਟ ਲਈ ਆ, ਦੈਨ ਇੱਕ ਵਾਰੀ ਜੋ ਪ੍ਰੀ ਮਾਰਕੀਟ ਬ੍ਰੇਕ ਕਰ ਗਈ ਉਸ ਤੋਂ ਬਾਅਦ ਆਇਆ ਪੁੱਲ ਬੈਕ। ਸੋ ਜਦੋਂ ਗਾਇਜ਼ ਇੱਥੇ ਪੁੱਲ ਬੈਕ ਆਇਆ, ਬੇਸਿਕਲੀ ਸਪਾਈ ਨੇ ਕੀ ਕੀਤਾ, ਉਹ ਵਾਲੇ ਲੈਵਲ ਨੂੰ ਰੀਟੈਸਟ ਕੀਤਾ। ਆਹ ਵਾਲਾ ਜਿਹੜਾ ਲੈਵਲ ਆ ਇਹਨੂੰ ਰੀਟੈਸਟ ਕੀਤਾ। ਜਦੋਂ ਰੀਟੈਸਟ ਕੀਤਾ ਇੱਥੇ ਮੈਂ ਐਂਟਰੀ ਕਰ ਲਈ। ਸੋ ਅਗੇਨ ਇਹਦੇ ਵਿੱਚ 30 ਕੌਂਟਰੈਕਟ 165 ਤੇ, ਪਹਿਲਾ ਟਾਰਗੇਟ ਅਰਾਊਂਡ 260 ਤੇ। ਸੋ ਆਲਮੋਸਟ $1 ਦਾ ਜਿਹੜਾ ਪਹਿਲਾ ਟਾਰਗੇਟ ਸੀਗਾ। ਉਸ ਤੋਂ ਬਾਅਦ ਮੈਂ ਹੋਰ ਕਲੋਜ਼ ਕੀਤੇ, ਇੱਥੇ ਮੈਂ 5 ਕੀਤੇ, ਦੈਨ ਮੈਂ ਇੱਥੇ ਸਾਰੀ ਪੋਜੀਸ਼ਨ ਕਲੋਜ਼ ਕਰਤੀ ਐਂਡ ਉਸ ਤੋਂ ਬਾਅਦ ਇਹ ਉੱਪਰ ਆ ਗਿਆ। ਸੋ ਬੇਸਿਕਲੀ ਆਹ ਦੋ ਟ੍ਰੇਡ ਆ। ਇਹ ਮੈਂ ਕਿਉਂ ਕੀਤੇ, ਅਗੇਨ ਮੈਂ ਤੁਹਾਨੂੰ ਦੱਸਿਆ ਲੈਵਲ ਐਂਟਰੀਜ਼ ਆ। ਟ੍ਰਿਪਲ ਕਿਊ ਤੇ ਵੀ ਲੈਵਲ ਐਂਟਰੀ ਸੀਗੀ, ਸਪਾਈ ਤੇ ਵੀ ਲੈਵਲ ਐਂਟਰੀ ਆ। ਸੋ ਗਾਇਜ਼ ਇਹ ਸੀਗਾ ਸਾਰਾ ਮੇਰਾ ਅਕਾਊਂਟ ਦਾ ਬ੍ਰੇਕਡਾਊਨ। ਸਾਰੀ ਚੀਜ਼ ਮੈਂ ਤੁਹਾਨੂੰ ਵਿਦ ਪ੍ਰੂਫ ਐਕਸਪਲੇਨ ਕੀਤੀ ਆ। ਹੋਪਫੁਲੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇੱਦਾਂ ਦੇ ਚੈਲੰਜਸ ਮੈਂ ਫਰਦਰ ਵੀ ਕਰਨ ਦੀ ਸੋਚ ਰਿਹਾ ਇਨ ਫਿਊਚਰ। ਛੋਟੇ ਅਕਾਊਂਟਸ ਦੇ ਚੈਲੰਜਸ, 5000 ਦੇ ਅਕਾਊਂਟ, 10000 ਦੇ ਅਕਾਊਂਟ ਜਿਹੜੇ ਚੈਲੰਜ ਆ ਉਹ ਮੈਂ ਇਨ ਫਿਊਚਰ ਵੀ ਕਰਦਾ ਰਹੂੰਗਾ। ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਨ ਫਿਊਚਰ ਜਿਹੜੇ ਤੁਹਾਨੂੰ ਨੋਟੀਫਿਕੇਸ਼ਨਸ ਆ ਉਹ ਵੀ ਆਉਂਦੇ ਰਹਿਣਗੇ। ਬੈਲ ਆਈਕਨ ਨੂੰ ਕਲਿੱਕ ਕਰ ਦਿਓ ਤੇ ਬਾਕੀ ਹਾਲੇ ਜੇ ਤੁਸੀਂ ਦੇਸੀ ਬੋਸ ਦਾ ਇੰਸਟਾਗ੍ਰਾਮ ਪੇਜ ਨਹੀਂ ਫੋਲੋ ਕੀਤਾ, ਮੇਕ ਸ਼ੋਰ ਉਹਨੂੰ ਫੋਲੋ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਥੈਂਕ ਯੂ ਸੋ ਮਚ।